ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ 2 ਹਫ਼ਤੇ ਤੋਂ ਤੁਹਾਡੇ ਨਾਲ ਭਾਈ ਜਸਵਿੰਦਰ ਸਿੰਘ ਜੀ ਸਾਂਝ ਪਾ ਰਹੇ ਨੇ ਅਤੇ ਸਾਡਾ ਮੁੱਖ ਮੁੱਦਾ ਜਿਸ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਪ੍ਰਚਾਰ ਤੇ ਪ੍ਰਬੰਧ ਜੋ ਹੈ ਇਸ ਦੇ ਵਿੱਚ ਕੀ ਪਰਿਵਰਤਨ ਲਿਆਇਆ ਜਾਏ ਜਿਸ ਨਾਲ ਕਿ ਸਹੀ ਤਰੀਕੇ ਨਾਲ ਮੈਸੇਜ ਜੋ ਹੈ ਗੁਰੂ ਗ੍ਰੰਥ ਸਾਹਿਬ ਦਾ ਉਹ ਲੋਕਾਂ ਤੱਕ ਪਹੁੰਚ ਸਕੇ। ਉसी ਵਿਸ਼ੇ ਦੇ ਉੱਤੇ ਆਓ ਕੁਝ ਦੇਰ ਲਈ ਅੱਜ ਹੋਰ ਗੱਲਬਾਤ ਕਰਦੇ ਹਾਂ ਤੇ ਨਾਲ ਹੀ 1984 ਵਿੱਚ ਜੋ ਕੁਝ ਹੋਇਆ ਉਸ ਦੇ ਕੀ ਕਾਰਨ ਸਨ, ਕਿਉਂ ਇਹ ਹੋਇਆ ਤੇ ਉਸ ਤੋਂ ਅਸੀਂ ਕੀ ਸਬਕ ਸਿੱਖਣਾ ਹੈ, ਕੀ ਕੁਝ ਸਿੱਖਿਆ ਵੀ ਹੈ ਜਾਂ ਸਿਰਫ ਅਸੀਂ ਇੱਕ ਦਿਨ ਸਾਲ ਦੇ ਵਿੱਚ ਉਸ ਨੂੰ ਐਜ਼ ਅ ਐਨੀਵਰਸਰੀ ਮਨਾ ਕੇ ਭੁੱਲ ਜਾਂਦੇ ਹਾਂ। ਆਓ ਇਸੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭਾਈ ਜਸਵਿੰਦਰ ਸਿੰਘ ਜੀ। ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੀ ਵਾਰੀ ਜੋ ਗੱਲ ਕਰ ਰਹੇ ਸੀ ਅਸੀਂ ਲਾਸਟ ਵੀਕ ਇਹ ਕੀਤੀ ਸੀ ਕਿ ਪ੍ਰਬੰਧ ਵਿੱਚ ਪਰਿਵਰਤਨ ਦੀ ਲੋੜ ਹੈ। ਇੱਕ ਕੇਂਦਰ ਨਹੀਂ ਹੈਗਾ ਜਿਹਦੇ ਨਾਲ ਕੋਈ ਅਕਾਊਂਟੇਬਿਲਿਟੀ ਹੋਏ। ਕੋਈ ਪ੍ਰਚਾਰਕ ਕੁਝ ਗੱਲ ਕਰ ਜਾਂਦਾ ਹੈ, ਪ੍ਰਬੰਧਕ ਜੋ ਨੇ ਆਪਣੀ ਮਨਮਰਜ਼ੀ ਨਾਲ ਜੋ ਉਹਨਾਂ ਦੀ ਸੋਚ ਹੁੰਦੀ ਹੈ ਉਸ ਦੇ ਤਹਿਤ ਹੀ ਉਹ ਪ੍ਰਚਾਰਕ ਵੀ ਆਉਂਦੇ ਨੇ, ਉਹ ਉਸ ਤਰ੍ਹਾਂ ਦਾ ਹੀ ਬੋਲਦੇ ਨੇ। ਸੱਚ ਬੋਲਣਾ ਜਿਹਨੂੰ ਕਿ ਗੁਰੂ ਨੇ ਕਿਹਾ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਵਾਲਾ, ਉਹ ਕਨਸੈਪਟ ਹੀ ਖਤਮ ਕਰਤਾ ਕਿ ਗੁਰੂ ਨੇ ਸੱਚ ਨਾਲ ਜੋੜਿਆ ਸੀ ਪਰ ਅੱਜ ਸੱਚ ਬਹੁਤ ਦੂਰ ਰਹਿ ਗਿਆ। ਸੋ ਇਹ ਸਾਰੀ ਜਿਹੜੀ ਚੀਜ਼ ਹੈਗੀ ਇਸ ਨੂੰ ਮੁੱਖ ਰੱਖਦੇ ਹੋਏ ਹੁਣ ਕੀ ਕੀਤਾ ਕੀ ਜਾਵੇ, ਕਿਉਂਕਿ ਅਲਟੀਮੇਟਲੀ ਤਾਂ ਕੋਈ ਚੇਂਜ ਦੀ ਲੋੜ ਹੋਏਗੀ। ਅੱਜ ਜਾਲ ਇੰਨਾ ਫੈਲ ਚੁੱਕਿਆ, ਜਿਹੜਾ ਬਾਬਾ ਡੈਮ ਇੰਨਾ ਫੈਲਿਆ ਹੋਇਆ ਹੈ, ਉਹਨਾਂ ਦੇ ਆਪਣੇ ਇੱਕ ਇੰਨੇ ਸਟਰੋਂਗ ਫੁਟਿੰਗ ਹੋ ਚੁੱਕੀ ਹੈ ਕਿ ਉਸ ਤੋਂ ਬਾਹਰ ਕੱਢਣਾ ਲੋਕਾਂ ਨੂੰ ਬੜਾ ਡਿਫਿਕਲਟ ਹੈ। ਜੇਕਰ ਗੱਲ ਵੀ ਕਰੋ ਤਾਂ ਉਸ ਸਮੇਂ ਸ਼ਰਧਾ ਟੁੱਟ ਰਹੀ ਹੈ ਇਹ ਕਹਿ ਦਿੱਤਾ ਜਾਂਦਾ ਹੈ, ਜਾਂ ਗੁਰੂ ਸਾਹਿਬ ਦਾ ਹੀ ਕੁਝ ਪੰਕਤੀਆਂ ਨੂੰ ਲੈ ਕੇ ਉਸ ਦਾ ਉੱਥੇ ਵਰਣਨ ਕਰ ਦਿੱਤਾ ਜਾਂਦਾ ਹੈ। ਸੋ ਇੱਕ ਆਮ ਸਿੱਖ ਜਿਹੜਾ ਉਸ ਦੇ ਵਿੱਚ ਕਨਫਿਊਜ਼ਨ ਹੈ ਜੀ, ਕੀ ਕੀਤਾ ਜਾਵੇ? ਕਨਫਿਊਜ਼ਨ ਇਹ ਤੇ ਇਸ ਲਈ ਹੈ ਕਿਉਂਕਿ ਸਾਰੇ ਦੀ ਵਿਚਾਰਧਾਰਾ ਵੱਖੋ ਵੱਖਰੀ ਹੈ। ਠੀਕ ਹੈ ਜੀ। ਤੇ ਇਹਦਾ ਹੱਲ ਇੱਕੋ ਇੱਕ ਇਹ ਹੈਗਾ ਬਈ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈਗੀ, ਰਹਿਤ ਮਰਿਆਦਾ, ਠੀਕ ਹੈ, ਜੋ ਉਥੋਂ ਦੇ ਸਿਧਾਂਤ ਨੇ ਉਹਦੇ ਅਨੁਸਾਰ ਸਾਨੂੰ ਕੇਂਦਰਿਤ ਹੋ ਕੇ ਚੱਲਣਾ ਚਾਹੀਦਾ ਹੈ। ਠੀਕ ਹੈ। ਤੇ ਸਾਡੇ ਅਕਾਲ ਤਖ਼ਤ ਵੱਲੋਂ ਵੀ ਇੱਕ ਇੱਦਾਂ ਦੀ ਕੋਈ ਕਮੇਟੀ ਬਣੇ, ਕੋਈ ਪੈਨਲ ਇੱਦਾਂ ਦਾ ਬਿਠਾਇਆ ਜਾਵੇ। ਹੁਣ ਇਤਿਹਾਸ ਦੇ ਵਿੱਚ ਤੁਸੀਂ ਲੈ ਲਓ ਜੀ, ਇਤਿਹਾਸ ਦੇ ਵਿੱਚ ਵੱਖ-ਵੱਖ ਮਤਾਂ ਪ੍ਰਚਲਿਤ ਨੇ। ਠੀਕ। ਹਰ ਇੱਕ ਆਪੋ ਆਪਣੇ ਅਨੁਸਾਰ ਗੱਲ ਕਰਦਾ ਹੈਗਾ। ਉਹ ਕਿਉਂ ਕਰਦਾ? ਕਿਉਂਕਿ ਜਿਸ ਵੀ ਰਾਈਟਰ ਨੇ ਇਤਿਹਾਸ ਲਿਖਿਆ ਹੈ ਉਹਦੀ ਆਪਣੀ ਸੋਚ ਹੈ। ਠੀਕ ਹੈ। ਉਹਦੇ ਉੱਪਰ ਏਕਤਾ ਨਹੀਂ ਰਹੀ। ਤੇ ਸਾਡਾ ਕੋਈ ਇੱਦਾਂ ਦਾ ਪੈਨਲ ਬੈਠੇ, ਸਾਡੀ ਸ਼੍ਰੋਮਣੀ ਕਮੇਟੀ ਇੱਦਾਂ ਦਾ ਕੋਈ ਯਤਨ ਕਰੇ, ਅਕਾਲ ਤਖ਼ਤ ਸਾਹਿਬ ਇੱਦਾਂ ਦਾ ਕੋਈ ਪੈਨਲ ਬਿਠਾਵੇ ਜਿਹਦੇ ਰਾਹੀਂ ਸਾਰੇ ਇਤਿਹਾਸਕਾਰਾਂ ਦੇ ਇਤਿਹਾਸ ਨੂੰ ਵਾਚਿਆ ਜਾਵੇ, ਉਹਦੇ ਵਿੱਚੋਂ ਇੱਕ ਚੀਜ਼ ਤਿਆਰ ਕੀਤੀ ਜਾਵੇ ਤੇ ਉਹ ਅੱਗੇ ਸਾਰੇ ਪ੍ਰਚਾਰਕਾਂ ਨੂੰ ਹਦਾਇਤ ਹੋਵੇ ਵੀ ਇਹਦੇ ਥਰੂ ਜੋ ਤੁਸੀਂ ਗੱਲ ਕਰਨੀ ਹੈ ਇਹਦੇ ਵਿੱਚੋਂ ਗੱਲ ਕਰਨੀ ਹੈ, ਕਿਸੇ ਨੇ ਆਪਣੀ ਮਤ ਅਨੁਸਾਰ, ਕਿਸੇ ਨੇ ਇਸ ਤੋਂ ਬਾਹਰ ਜਾ ਕੇ ਕੋਈ ਹੋਰ ਗਲਤ ਗੱਲ ਨਹੀਂ ਕਰਨੀ ਹੈਗੀ। ਠੀਕ ਠੀਕ। ਇਹਦੇ ਅਨੁਸਾਰ ਹੁਣ ਜਦੋਂ ਸਾਡੇ ਸਾਰੇ ਪ੍ਰਚਾਰਕਾਂ ਦਾ ਇਤਿਹਾਸ ਇੱਕ ਹੋ ਗਿਆ ਜੋ ਉਹਨਾਂ ਨੇ ਸੁਣਾਉਣਾ ਹੈ, ਇਹਦੇ ਰਾਹੀਂ ਗੁਰਬਾਣੀ ਦੀ ਵਿਚਾਰਧਾਰਾ ਜੇ ਉਹ ਸਾਡੀ ਸਾਰਿਆਂ ਦੀ ਇੱਕ ਹੋ ਜਾਂਦੀ ਹੈ ਤੇ ਮੈਂ ਸਮਝਦਾ ਵੀ ਜਿਹੜਾ ਪ੍ਰਚਾਰ ਹੈ ਭਾਵੇਂ ਉਹ ਕੋਈ ਕਿਸੇ ਢਾਡੀ ਤੋਂ ਸੁਣੇ, ਭਾਵੇਂ ਕਿਸੇ ਰਾਗੀ ਤੋਂ ਸੁਣੇ, ਭਾਵੇਂ ਪ੍ਰਚਾਰਕ ਤੋਂ ਸੁਣੇ, ਭਾਵੇਂ ਜਿੱਤੋਂ ਵੀ ਸੁਣੇ, ਜਦੋਂ ਗੱਲ ਸਾਰੇ ਇੱਕੋ ਹੀ ਸੁਣਨਗੇ ਵੀ ਵਾਕਈ ਉਹ ਵੀ ਇੱਦਾਂ ਕਹਿ ਰਿਹਾ, ਇਹ ਵੀ ਇੱਦਾਂ ਕਹਿ ਰਿਹਾ, ਗੱਲ ਇਹ ਇੱਦਾਂ। ਠੀਕ ਹੈ। ਉਹਦੇ ਨਾਲ ਅਸੀਂ ਜਿਹੜੀ ਸੰਗਤ ਹੈਗੀ ਇਹ ਦੁਵਿਧਾ ਦੇ ਵਿੱਚ ਪਈ ਹੋਈ ਉਹਨੂੰ ਕੱਢ ਸਕਦੇ ਹੈਗੇ। ਪਰ ਇਹਦੇ ਲਈ ਸਾਡਾ ਜਿਹੜਾ ਕੇਂਦਰ ਹੈ, ਸਾਡੀ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜੀ, ਉਹਨਾਂ ਨੂੰ ਅੱਗੇ ਆਉਣਾ ਪੈਣਾ, ਕਿਉਂਕਿ ਸਾਡੇ ਜਿਹੜੇ ਆਮ ਲੋਕ ਨੇ, ਮੈਂ ਇੱਥੇ ਵੀ ਵੇਖਦਾ ਹੁੰਦਾ ਵੈਨਕੂਵਰ ਕੈਨੇਡਾ ਦੇ ਵਿੱਚ, ਇੱਥੇ ਵੀ ਲੋਕ ਪੰਜਾਬ ਤੋਂ ਆਉਂਦੇ ਨੇ, ਉੱਠ ਕੇ ਗੁਰਦੁਆਰੇ ਦੇ ਨਾਂ ਤੇ ਡੋਨੇਸ਼ਨ ਲੈ ਕੇ ਚਲੇ ਜਾਂਦੇ ਨੇ। ਬਿਲਕੁਲ। ਤੇ ਇੱਥੇ ਮੈਂ ਇਹਨਾਂ ਨੂੰ ਪੁੱਛਦਾ ਹੁੰਦਾ ਜਿਹੜੇ ਡੋਨੇਸ਼ਨਾਂ ਦਿੰਦੇ ਆ, ਮੈਂ ਕਿਹਾ ਭਾਈ ਤੁਸੀਂ ਜਿਨ੍ਹਾਂ ਨੂੰ ਪੈਸੇ ਦਿੰਦੇ ਹੋ ਘੱਟੋ ਘੱਟ ਉਹਨਾਂ ਨੂੰ ਇਹ ਤੇ ਪੁੱਛੋ ਪ੍ਰਚਾਰ ਕੀ ਕਰ ਰਹੇ ਨੇ। ਬਿਲਕੁਲ। ਕੇਵਲ ਬਿਲਡਿੰਗ ਤੇ ਪੈਸੇ ਲਾਉਣ ਦਾ ਤੁਸੀਂ ਕੀ ਕਰ ਰਹੇ ਹੋ? ਠੀਕ ਹੈ। ਬਿਲਡਿੰਗ ਦੇ ਵਿੱਚੋਂ ਜਿਹੜੀ ਚੀਜ਼ ਬਾਹਰ ਆਉਣੀ ਹੈ ਉਹ ਤੇ ਧਿਆਨ ਦਿਓ ਤੁਸੀਂ। ਗੁਰਬਾਣੀ ਦਾ ਜੋ ਪ੍ਰਚਾਰ ਹੈਗਾ, ਗੁਰਬਾਣੀ ਦੀ ਜੋ ਗੱਲ ਹੈ ਉਹ ਸਹੀ ਅਰਥਾਂ ਦੇ ਵਿੱਚ ਬਾਹਰ ਆ ਵੀ ਰਹੀ ਹੈ ਕਿ ਨਹੀਂ ਆ ਰਹੀ? ਕਿਉਂਕਿ ਉਹ ਲੋਕ ਪਾਵਰ ਦੇ ਵਿੱਚ ਕਿਉਂ ਆਉਂਦੇ ਨੇ? ਪਹਿਲਾਂ ਕੁਝ ਨਹੀਂ ਹੁੰਦਾ। ਜਿੰਨੇ ਵੀ ਅੱਜ ਵੱਡੇ ਡੇਰੇਦਾਰ ਨੇ ਇਹਨਾਂ ਦਾ ਪਿਛੋਕੜ ਦੇਖ ਲਓ, ਕੀ ਸੀ? ਇਹਨਾਂ ਕੋਲ ਕੱਖ ਨਹੀਂ ਸੀ। ਜੇ ਅੱਜ ਇਹ ਅਰਬਾਂਪਤੀ ਬਣੇ ਕਿਉਂ ਬਣੇ? ਕਿਉਂਕਿ ਅੰਨੀ ਸ਼ਰਧਾ ਦੇ ਵਿੱਚ ਲੋਕਾਂ ਇਹਨਾਂ ਨੂੰ ਪੈਸਾ ਝੋਂਕੀ ਗਏ ਤੇ ਇਹ ਉਹਨੂੰ ਵਰਤਦੇ ਗਏ। ਠੀਕ ਹੈ ਜੀ। ਤੇ ਇਦਾਂ ਹੁਣ ਜੇ ਅਸੀਂ ਹੁਣ ਵੀ ਸਾਡੇ ਕੋਲ ਸਮਾਂ ਹੈਗਾ, ਹੁਣ ਵੀ ਅਸੀਂ ਇਹ ਚੀਜ਼ ਨੂੰ ਕੰਟਰੋਲ ਕਰ ਸਕਦੇ ਹਾਂ ਜੇ ਅਸੀਂ ਇਹਨਾਂ ਨੂੰ ਪੈਸਾ ਦੇਣਾ ਬੰਦ ਕਰਕੇ ਸਿੱਖਾਂ ਦਾ ਦਸਵੰਧ ਇੱਕ ਥਾਂ ਤੇ ਇਕੱਠਾ ਹੋਵੇ। ਉਸ ਦਸਵੰਧ ਦੇ ਵਿੱਚੋਂ ਅਸੀਂ ਕੀ ਨਹੀਂ ਕਰ ਸਕਦੇ? 2.5 ਕਰੋੜ ਸਿੱਖ ਮੰਨਦੇ ਆਪਾਂ, 1 ਰੁਪਈਆ ਇੱਕ ਦਿਨ ਦਾ ਕੱਢੇ, ਇੱਕ ਦਿਨ ਦੀ ਆਮਦਨ 2.5 ਕਰੋੜ ਤੋਂ ਉੱਪਰ ਜਾ ਸਕਦੀ ਹੈ ਸਾਡੀ। ਤੇ ਉਸ ਤੋਂ ਬਾਅਦ ਜੇ ਅਸੀਂ ਕੱਢਾਂਗੇ ਸਾਡੇ ਕੋਲ ਬਹੁਤ ਕੁਝ ਹੋ ਜਾਣਾ। ਹੁਣ ਤੁਸੀਂ ਵੇਖੋ ਗੁਰੂ ਹਰਰਾਏ ਸਾਹਿਬ ਦੇ ਸਮੇਂ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਮੈਡੀਕਲ ਸਟੋਰ ਚੱਲਦਾ ਸੀ। ਉਸ ਵੇਲੇ ਦਾ ਜਿਹੜਾ ਸ਼ਾਹਜਹਾਨ ਸੀ ਉਹਦਾ ਮੁੰਡਾ ਸੀ ਅਮੀਰ ਖੁਸਰੋ, ਉਹਦਾ ਪੁੱਤਰ ਸੀਰੀਅਸ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਇੰਨਾ ਬਿਮਾਰ ਹੋਇਆ ਇੰਡੀਆ ਦੇ ਵੱਡੇ ਵੱਡੇ ਵੈਦ ਹੱਥ ਖੜੇ ਕਰ ਗਏ ਤੇ ਕੁਝ ਕੁ ਵੈਦਾਂ ਨੇ ਆਖਿਆ ਕਹਿੰਦੇ ਇਹਦਾ ਹੱਲ ਕੇਵਲ ਤੇ ਕੇਵਲ ਜਿਹੜਾ ਕੀਰਤਪੁਰ ਸਾਹਿਬ ਮੈਡੀਕਲ ਸਟੋਰ ਚੱਲ ਰਿਹਾ ਉਹਦੇ ਵਿੱਚੋਂ ਹੋ ਸਕਦਾ। ਤੁਸੀਂ ਵੇਖੋ ਵੀ ਗੁਰੂ ਘਰ ਦੇ ਨਾਲ ਜਿਹੜਾ ਮੈਡੀਕਲ ਸਟੋਰ ਚੱਲ ਰਿਹਾ ਹੈ, ਜਿਹੜਾ ਹਸਪਤਾਲ ਚੱਲ ਰਿਹਾ ਹੈ, ਉਹ ਕਿੰਨਾ ਉੱਚ ਪਾਏ ਦਾ ਚੱਲ ਰਿਹਾ ਹੋਵੇਗਾ ਜੋ ਉਸ ਵੇਲੇ ਇੰਡੀਆ ਦੇ ਵਿੱਚੋਂ ਨੰਬਰ 1 ਸੀਗਾ। ਪਰ ਅੱਜ ਇਹ ਚੀਜ਼ ਸਾਡੇ ਕੋਲ ਹੈ ਨਹੀਂ। ਸਾਨੂੰ ਬਲੱਡ ਡੋਨੇਸ਼ਨ ਨਾਂ ਦੇ ਇਹਦੇ ਨਾਂ ਤੇ ਕੈਂਪ ਲਾ ਦਿੱਤਾ ਜਾਂਦਾ ਹੈ। ਠੀਕ ਹੈ ਜੀ।
ਤੇ ਖੂਨ ਇਕੱਠਾ ਕਰ ਲਿਆ ਜਾਂਦਾ, ਡੋਨੇਟ ਕਰਨ ਵਾਲੇ ਲੋਕੀ ਕਰ ਜਾਂਦੇ ਨੇ, ਬਾਅਦ ਵਿੱਚ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਤੇ ਉਹ ਵਿਕਦਾ, ਉਹ ਵੇਚਿਆ ਜਾਂਦਾ, ਠੀਕ ਹੈ। ਉਹ ਜਿਹੜੀ ਚੀਜ਼ ਹੈਗੀ ਸਾਡੀ ਸ਼ਰਧਾ ਦਾ ਵਪਾਰ ਕੀਤਾ ਜਾ ਰਿਹਾ, ਖਿਲਵਾੜ ਕੀਤਾ ਜਾ ਰਿਹਾ। ਸੋ ਇਹਨਾਂ ਚੀਜ਼ਾਂ ਤੋਂ ਸਾਰੇ ਤੋਂ ਉੱਪਰ ਉੱਠ ਕੇ ਇੱਕ ਹੋਰ ਚੀਜ਼ ਜੋ ਗੁਰੂ ਸਾਹਿਬ ਨੇ ਸਾਡੇ ਨਾਲ ਕੀਤੀ ਸੀ, ਲੰਗਰ ਚਲਾਇਆ, ਸਰੋਵਰ ਚਲਾਏ। ਇਹਨਾਂ ਦੇ ਕਾਰਨ ਆਪਾਂ ਸਾਰੇ ਜਾਣਦੇ ਆ, ਜਾਤ ਪਾਤ ਤੇ ਛੂਤ ਛਾਤ ਦੇ ਜਿਹੜੇ ਭਰਮ ਸੀ ਉਹਨਾਂ ਦੇ ਵਿੱਚੋਂ ਖਤਮ ਕਰਨ ਵਾਸਤੇ ਇਹ ਸਭ ਕੁਝ ਚਲਾਇਆ ਗਿਆ ਸੀ। ਤੇ ਇਹ ਚੀਜ਼ਾਂ ਨੂੰ ਅੱਜ ਸਾਨੂੰ ਉਸੇ ਸੁਚਾਰੂ ਸੋਚ ਦੇ ਨਾਲ ਅਪਣਾ ਕੇ ਅੱਗੇ ਪ੍ਰਚਾਰਨ ਦੀ ਲੋੜ ਹੈਗੀ ਆ, ਤਾਂ ਜੋ ਸੰਗਤ ਦੇ ਮਨ ਵਿੱਚੋਂ ਬਣੇ ਹੋਏ ਭਰਮ ਤੇ ਸ਼ੰਕੇ ਨਿਕਲ ਜਾਣ। ਠੀਕ ਹੈ, ਬਿਲਕੁਲ ਸਹੀ ਫਰਮਾਇਆ ਜਸਵਿੰਦਰ ਸਿੰਘ ਜੀ। ਜੇਕਰ ਇਹ ਸੋਚ ਆ ਜਾਏਗੀ, ਪਰ ਅਗੇਨ ਇਹ ਬਹੁਤ ਇੱਕ ਉੱਤਮ ਸੋਚ ਹੈ, ਲੇਕਿਨ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਨੇ, ਸ਼ਾਇਦ ਉੱਥੋਂ ਦਾ ਕੋਈ ਪਰਿਵਰਤਨ ਆਏ। ਲੇਕਿਨ ਇੱਕ ਆਮ ਸਿੱਖ ਜੇਕਰ ਜਾਗਰਤ ਹੋ ਜਾਏ, ਆਪਣੇ ਆਪ ਤੋਂ ਇਹ ਗੱਲ ਸ਼ੁਰੂ ਕਰ ਦੇ, ਤਾਂ ਡੈਫੀਨੇਟਲੀ ਉਹ ਫਿਰ ਸਮਝ ਆਏਗੀ ਉਸਨੂੰ। ਉਸ ਤੋਂ ਬਾਅਦ ਉਹ ਪੁੱਛਣ ਲਈ ਲਾਇਕ ਹੋਏਗਾ ਕਿ ਜੇ ਤੁਸੀਂ ਜੋ ਪ੍ਰਚਾਰ ਕਰ ਰਹੇ ਹੋ ਇਹ ਗੁਰਮਤਿ ਅਨੁਕੂਲ ਨਹੀਂ ਹੈ। ਕਿਉਂਕਿ ਹੁਣ ਤਾਂ ਅਸੀਂ ਉਸ ਡਰ ਦੇ ਮਾਰੇ, ਕਿਉਂਕਿ ਖੌਫ ਵੀ ਜਿਹੜਾ ਪੈਦਾ ਕਰ ਦਿੱਤਾ ਜਾਂਦਾ ਕਿ ਜੇ ਤੁਸੀਂ ਪੁੱਛਿਆ ਤਾਂ ਤੁਹਾਨੂੰ ਪਾਪ ਚੜੇਗਾ, ਗੁਰਬਾਣੀ ਸ਼ੁੱਧ ਨਹੀਂ ਹੋਏਗੀ। ਤਾਂ ਇਹ ਸਾਰੀਆਂ ਚੀਜ਼ਾਂ ਬੜੀਆਂ ਪਰੇਸ਼ਾਨੀ ਦਾ ਇੱਕ ਸਬਬ ਬਣ ਰਹੀਆਂ ਨੇ। ਹਾਂਜੀ, ਮੈਂ ਸੁਣ ਰਿਹਾ ਸੀ ਕਿ ਕੋਈ ਬਾਬਾ ਤੇ ਬੋਲ ਰਿਹਾ ਸੀਗਾ ਤੇ ਕਾਫੀ ਮੋਟਾ ਸੀ, ਵਧੀਆ, ਤੇ ਕੋਈ ਮੇਰਾ ਮਜ਼ਾਕ ਨਾ ਉਡਾਵੇ, ਉਹਨੇ ਸਾਖੀ ਕੀ ਘੜੀ, ਕਹਿੰਦਾ ਕੋਈ ਬਾਬਾ ਮਹਾਂਪੁਰਸ਼ ਸੀ, ਬੜੇ ਪਹੁੰਚੇ ਹੋਏ, ਕਾਫੀ ਢਿੱਡ ਉਹਨਾਂ ਦਾ ਵੱਡਾ ਸੀ, ਕੋਈ ਨਾਸਤਕ ਤੁਰਿਆ ਜਾ ਰਿਹਾ ਸੀ, ਕਹਿੰਦਾ ਬਾਬੇ ਉਹ ਕੀ ਢਿੱਡ ਵਧਾਇਆ ਤੁਸੀਂ, ਤੇ ਕਹਿੰਦੇ ਬਾਬੇ ਨੇ ਸ਼ਰਾਪ ਦੇਤਾ ਵੀ ਸਾਡਾ ਤਾਂ ਵਧ ਗਿਆ, ਤੁਹਾਡਾ ਵਧਿਆ ਵੀ ਨਹੀਂ। ਕਹਿੰਦੇ ਅੱਗੇ ਉਹਨਾਂ ਦੇ ਘਰੇ ਕੋਈ ਔਲਾਦ ਨਹੀਂ ਹੋਈ ਜੀ, ਉਹ ਇਦਾਂ ਹੀ ਮਰ ਗਏ। ਇਦਾਂ ਡਰਾਇਆ ਜਾ ਰਿਹਾ ਲੋਕਾਂ ਨੂੰ, ਡਰਾ ਧਮਕਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਭਾਰੂ ਹੋ ਰਹੀਆਂ ਨੇ, ਲੇਕਿਨ ਇਹ ਗੁਰਮਤਿ ਦੇ ਅਨੁਕੂਲ ਕੁਝ ਨਹੀਂ, ਇਸ ਤੋਂ ਬਾਹਰ ਨਿਕਲਣਾ ਚਾਹੀਦਾ। ਸੋ ਦੂਸਰੇ ਪਾਸੇ ਇੱਕ ਹੋਰ ਜਿਹੜਾ ਟੌਪਿਕ ਅੱਜ ਟੱਚ ਕਰਨਾ ਚਾਹਾਂਗੇ ਉਹ ਹੈ 1984 ਦਾ ਜੋ ਹਾਦਸਾ ਹੋਇਆ, ਇੱਕ ਬੜਾ ਹੀ ਮੰਦਭਾਗਾ ਸੀ। ਲੇਕਿਨ ਅੱਜ ਬਜਾਏ ਇਸ ਦੇ ਕਿ ਉਸ ਵਿੱਚੋਂ ਅਸੀਂ ਕੁਝ ਸਿੱਖ ਸਕਦੇ, ਇੱਕ ਵਿਕਟਮ ਮੈਂਟੈਲਿਟੀ ਤਾਂ ਬਣਾ ਲਈ ਅਸੀਂ, ਲੇਕਿਨ ਉਸ ਵਿੱਚੋਂ ਕੋਈ ਸਬਕ ਕੀ ਸਿੱਖ ਸਕੇ ਨੇ? ਇਸ ਬਾਰੇ ਥੋੜ੍ਹਾ ਜਿਹਾ ਵਿਸਥਾਰ ਵਿੱਚ ਸਾਨੂੰ ਦੱਸੋ ਕਿ ਇਹ ਹਾਦਸਾ ਦੇ ਕਾਰਨ ਤੇ ਨਾਲ ਇਹਦੇ ਚੋਂ ਕੀ ਸਿੱਖਿਆ ਜਾ ਸਕਦਾ? ਇਹਦੇ ਕਾਰਨ ਜੋ ਸੀ ਉਹ ਆਪਾਂ ਥੋੜ੍ਹੀ ਡਿਟੇਲ ਦੇ ਵਿੱਚ ਸਾਂਝੇ ਕਰਾਂਗੇ। ਕੁਝ ਕੁ ਚੀਜ਼ਾਂ ਇਤਿਹਾਸ ਦੇ ਵਿੱਚੋਂ ਖੋਜੀਆਂ ਹੋਈਆਂ ਨੇ। ਤੇ ਸਭ ਤੋਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਦਾ ਇਹਨੂੰ ਨਾਮ ਦਿੱਤਾ ਗਿਆ ਸੀ। ਜੀ, ਠੀਕ ਹੈ ਜੀ। ਤੇ ਇਹਦੇ ਉੱਪਰ ਕਾਫੀ ਰਿਸਰਚ ਕੀਤਾ, ਇਹਨੂੰ ਬਲੂ ਸਟਾਰ ਕਿਉਂ ਆਖਿਆ ਗਿਆ? ਬਲੂ ਦਾ ਅਰਥ ਨੀਲਾ, ਨੀਲਾ ਰੰਗ। ਤੇ ਉਸ ਵੇਲੇ ਸਾਡੇ ਜਿਹੜੇ ਆਗੂ ਸੀ ਨੀਲੀਆਂ ਦਸਤਾਰਾਂ ਸਜਾਉਂਦੇ ਸੀ, ਉਹਦੇ ਵਿੱਚ ਉਹਨਾਂ ਨੇ ਲਿਆ ਬਲੂ, ਠੀਕ ਹੈ। ਸਟਾਰ ਦਾ ਅਰਥ ਤਾਰਾ, ਠੀਕ। ਤੇ ਤਾਰਾ ਸ਼ਬਦ ਇਹਨਾਂ ਨੇ ਲਿਆ ਦਸਤਾਰਾਂ ਦੇ ਵਿੱਚੋਂ, ਦਸਤਾਰਾਂ ਦੇ ਵਿੱਚੋਂ ਤਾਰਾ ਲੈ ਕੇ ਤੇ ਬਲੂ ਲੈ ਕੇ ਉਹਨੂੰ ਜੋੜ ਕੇ ਬਲੂ ਸਟਾਰ ਨਾਂ ਦਾ ਆਪਰੇਸ਼ਨ ਇਹਨਾਂ ਨੇ ਕੀਤਾ ਸੀਗਾ, ਜਿਹਦਾ ਇੱਕੋ ਇੱਕ ਨਿਸ਼ਾਨਾ ਸੀ ਸਿੱਖਾਂ ਨੂੰ ਖਤਮ ਕਰਨਾ। ਤੇ ਜੇ ਅਸੀਂ ਆਪਣੇ ਇਤਿਹਾਸ ਤੇ ਝਾਤੀ ਮਾਰੀ, ਭਾਵੇਂ ਅਬਦਾਲੀ ਹੋਵੇ, ਮੱਸਾ ਰੰਗੜ ਹੋਵੇ, ਯਹੀਆ ਖਾਂ ਹੋਵੇ ਜਾਂ ਇੰਦਰਾ ਗਾਂਧੀ, ਜਿਨ੍ਹਾਂ ਨੇ ਵੀ ਹਮਲੇ ਕੀਤੇ ਨੇ ਦਰਬਾਰ ਸਾਹਿਬ ਦੇ ਉੱਪਰ, ਪਹਿਲੀ ਗੱਲ ਤੇ ਸਿੱਖਾਂ ਨੂੰ ਨੇਸਤੋ ਨਾਬੂਦ ਕੋਈ ਕਰ ਨਹੀਂ ਸਕਿਆ। ਦੂਸਰੀ ਗੱਲ, ਕਰਨ ਦੀ ਕੋਸ਼ਿਸ਼ ਕੌਣ ਕਰਦਾ ਸੀ, ਇਹ ਦੇਖਣ ਦੀ ਸਾਨੂੰ ਵੱਡੀ ਲੋੜ ਹੈ। ਹਮਲਾ ਕੀਤਾ, ਠੀਕ ਹੈ ਕੀਤਾ, ਪਰ ਕਿਉਂ ਕੀਤਾ? ਇਹ ਤੇ ਸਾਨੂੰ ਝਾਤੀ ਮਾਰਨੀ ਪਊ ਵੀ ਅਬਦਾਲੀ ਨੇ ਹਮਲਾ ਕੀਤਾ, ਮੱਸਾ ਰੰਗੜ ਉੱਥੇ ਆਇਆ, ਜ਼ਕਰੀਆ ਖਾਂ ਸਿੱਖਾਂ ਦਾ ਵੈਰੀ ਬਣਿਆ, ਇਹਦੇ ਕਾਰਨ ਕੀ ਸੀ? ਕਾਰਨ ਇੱਕੋ ਇੱਕ ਸੀ ਵੀ ਜਿਹੜੇ ਗੁਰਸਿੱਖ ਨੇ ਇਹ ਸੱਚ ਤੇ ਪਹਿਰਾ ਦੇਣ ਵਾਲੇ ਨੇ, ਇਹ ਸੱਚ ਦੀ ਜਿਹੜੀ ਗੱਲ ਹੈਗੀ ਆ ਉਹਨੂੰ ਸਪਸ਼ਟ ਕਹਿ ਦਿੰਦੇ ਨੇ ਜੀ। ਤੇ ਜਿਹੜੇ ਉਸ ਵੇਲੇ ਦੇ ਝੂਠੇ ਆਗੂ ਸੀ ਉਹਨਾਂ ਨੂੰ ਇਹ ਗੱਲ ਨਹੀਂ ਸੀ ਪਚਦੀ। ਹੁਣ ਤੁਸੀਂ ਵੇਖੋ, ਅਸੀਂ ਅੱਜ ਕਹਿ ਦਿੰਦੇ ਹਾਂ ਸਾਡੇ ਧਾਰਮਿਕ ਆਗੂ ਵਿਕ ਗਏ, ਠੀਕ ਹੈ। ਜੇ ਇਤਿਹਾਸ ਤੇ ਝਾਤੀ ਮਾਰੀਏ ਕਿ ਉਦੋਂ ਨਹੀਂ ਸੀ ਵਿਕੇ ਹੋਏ, ਰਾਈਟ, ਠੀਕ ਹੈ। ਹੁਣ ਇਤਿਹਾਸ ਤੋਂ ਛੋਟੀ ਜਿਹੀ ਅਸੀਂ ਲਈਏ ਇੱਕ ਜੋ ਦ੍ਰਿਸ਼ਟਾਂਤ ਹੈ ਸਰਹੰਦ ਦਾ, ਉੱਥੋਂ ਦਾ ਜਿਹੜਾ ਸੀਗਾ ਆਪਣਾ ਮੌਲਵੀ, ਉਹਨੇ ਕਹਿ ਦਿੱਤਾ ਸੀ ਸਦਾ ਵਜ਼ੀਰ ਖਾਨ ਨੂੰ ਵੀ ਭਾਈ ਸ਼ਰਅ ਜਿਹੜੀ ਇਹ ਇਜਾਜ਼ਤ ਨਹੀਂ ਦਿੰਦੀ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ, ਠੀਕ। ਪਰ ਉਹਨੇ ਪ੍ਰੈਸ਼ਰ ਪਾਇਆ, ਧਾਰਮਿਕ ਆਗੂ ਸਿਆਸੀ ਆਗੂ ਦੇ ਪ੍ਰੈਸ਼ਰ ਹੇਠ ਆ ਗਿਆ, ਪ੍ਰੈਸ਼ਰ ਹੇਠ ਆਇਆ, ਭਾਵੇਂ ਉਹਨੇ ਦਬਾਇਆ, ਧਮਕਾਇਆ, ਪੈਸੇ ਦਿੱਤੇ, ਜੋ ਮਰਜ਼ੀ ਕੀਤਾ, ਪਰ ਇੱਕ ਧਾਰਮਿਕ ਆਗੂ ਨੂੰ ਸਿਆਸੀ ਪ੍ਰੈਸ਼ਰ ਥੱਲੇ ਲੈ ਕੇ ਉਹਦੇ ਤੋਂ ਜਾਣ ਬੁੱਝ ਕੇ ਇਹ ਫਤਵਾ ਦਵਾਇਆ ਗਿਆ ਵੀ ਬੱਚਿਆਂ ਨੂੰ ਨੀਹਾਂ 'ਚ ਚਿਣਿਆ ਜਾਵੇ, ਜਦਕਿ ਇਸਲਾਮ ਕਿਸੇ ਵੀ ਥਾਂ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈਗਾ। ਬੇਗੁਨਾਹ ਨੂੰ ਮਾਰਿਆ ਜਾਵੇ, ਕਿਸੇ ਵੀ ਥਾਂ ਤੇ ਕੋਈ ਧਰਮ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ, ਪਰ ਧਾਰਮਿਕ ਆਗੂ ਉਸ ਵੇਲੇ ਵੀ ਸਿਆਸਤ ਦੇ ਹੇਠਾਂ ਦੱਬੇ, ਅੱਜ ਵੀ ਦੱਬ ਰਹੇ ਨੇ, ਜਿਸ ਕਰਕੇ ਸਾਡਾ ਨੁਕਸਾਨ ਹੋ ਰਿਹਾ। ਹਾਂਜੀ, 1984 ਦਾ ਜੋ ਟੌਪਿਕ ਸੀਗਾ, ਜੋ ਆਪਾਂ ਇਹਨੂੰ ਟੱਚ ਕਰਨ ਲੱਗੇ ਸੀਗੇ, ਇਹਦੇ ਵਾਪਰਨ ਪਿੱਛੇ ਕਾਰਨ ਕੀ ਸੀ? ਇਹਦਾ ਕਾਰਨ ਜੇ ਥੋੜਾ ਜਿਹਾ ਡਿਟੇਲ ਅਸੀਂ ਦੇਖੀਏ ਤਾਂ ਸਾਡੀ ਜਿਹੜੀ ਭਾਰਤ ਦੀ ਵੰਡ ਹੈਗੀ ਆ ਉਹਦੇ ਨਾਲ ਇਹ ਜਾ ਜੁੜਦਾ, ਠੀਕ ਹੈ। ਉਸ ਵੇਲੇ 1944 ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ, ਜਿਹਨੂੰ ਲੋਕੀ ਮਹਾਤਮਾ ਕਹਿੰਦੇ ਆ ਜੀ ਔਰ ਰਾਸ਼ਟਰੀ ਪਿਤਾ ਕਹਿੰਦੇ ਆ, ਪਿੱਛੇ ਜੇ ਮੈਂ ਸੁਣਿਆ ਸੀ ਕਿਸੇ ਲੜਕੀ ਨੇ ਮੰਗਿਆ ਸੀ RTI ਦੇ ਤਹਿਤ ਜਾਣਕਾਰੀ ਭਾਰਤ ਸਰਕਾਰ ਤੋਂ ਵੀ ਤੁਸੀਂ ਗਾਂਧੀ ਨੂੰ ਰਾਸ਼ਟਰਪਿਤਾ ਕਹਿੰਦੇ ਹੋ, ਕਦੋਂ ਉਪਾਧੀ ਦਿੱਤੀ ਗਈ? ਭਾਰਤ ਸਰਕਾਰ ਕਹਿੰਦੀ ਉਪਾਧੀ ਨਹੀਂ ਦਿੱਤੀ ਗਈ। ਜੇ ਨਹੀਂ ਉਪਾਧੀ ਦਿੱਤੀ ਤਾਂ ਨੋਟਾਂ ਤੇ ਕਿਉਂ ਲਿਖਦੇ ਹੋ ਰਾਸ਼ਟਰਪਿਤਾ ਜੀ, ਠੀਕ ਹੈ। ਇਹ ਬਹੁਤ ਵੱਡਾ ਇੱਕ ਮੁੱਦਾ ਉੱਠਿਆ ਸੀ, ਪਰ ਉਹਨੂੰ ਦੱਬ ਦਿੱਤਾ ਗਿਆ, ਠੀਕ ਹੈ। ਤੇ ਉਹਨੇ ਇੱਕ ਗੱਲ ਆਖੀ ਸੀ, ਉਹ ਕਹਿੰਦਾ ਕੋਈ ਵੀ ਇਹੋ ਜਿਹਾ ਕਾਨੂੰਨ ਸੰਵਿਧਾਨ
ਇੰਡੀਆ ਵਿੱਚ ਨਹੀਂ ਬਣਾਇਆ ਜਾਵੇਗਾ, ਕਾਂਗਰਸ ਨੂੰ ਨਹੀਂ ਮਨਜ਼ੂਰ ਹੋਵੇਗਾ, ਜੋ ਸਿੱਖਾਂ ਨੂੰ ਸੰਤੁਸ਼ਟ ਨਹੀਂ ਕਰ ਸਕੇਗਾ। ਬਿਲਕੁਲ ਜੀ, ਇਹ ਕਿਹਾ ਗਿਆ ਸੀ, ਲੇਕਿਨ ਉਸ ਦੇ ਬਾਵਜੂਦ ਬਹੁਤ ਕੁਝ ਹੋਇਆ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਵਾਪਸ ਆ ਕੇ ਥੋੜ੍ਹਾ ਜਿਹਾ ਹੋਰ ਇਤਿਹਾਸਕ ਪੱਖ ਨੂੰ ਟੱਚ ਕਰਾਂਗੇ ਕਿ ਇਹ ਜੋ 1947 ਤੋਂ ਬਾਅਦ ਦੀਆਂ ਹੀ ਇਹ ਸਾਜ਼ਿਸ਼ਾਂ ਸੀ ਕਿੱਥੋਂ ਤੱਕ ਗਈਆਂ, ਪਰ ਅੱਜ ਉਸ ਤੋਂ ਸਬਕ ਕੀ ਸਿੱਖਣਾ ਹੈ, ਇਸ ਬਾਰੇ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਾਰ ਐਕਸੀਡੈਂਟ ਵਿੱਚ ਲੱਗੀਆਂ ਸੱਟਾਂ ਤਾਂ ਜ਼ਿੰਦਗੀ ਤਬਾਹ ਕਰ ਸਕਦੀਆਂ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਸਮਝਦੇ ਆ ਕਿ ਬਗੈਰ ਕਿਸੇ ਵਕੀਲ ਤੋਂ ਘਰ ਦੇ ਖਰਚੇ ਵੀ ਸੰਭਾਲ ਲਓਗੇ, ਸੱਟਾਂ ਦਾ ਇਲਾਜ ਵੀ ਕਰਾ ਲਓਗੇ ਤੇ ICBC ਤੋਂ ਆਪਣੇ ਹੱਕ ਦੇ ਪੈਸੇ ਵੀ ਲੈ ਲਓਗੇ। ਮੇਰੀ ਗੱਲ ਸੁਣੋ, ਕਾਰ ਐਕਸੀਡੈਂਟ ਤੋਂ ਬਾਅਦ ਕਈ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ? ਧਾਮੀ ਨਾਰੰਗ ਐਂਡ ਕੰਪਨੀ। ਅੱਜ ਹੀ ਫੋਨ ਕਰੋ 604-864-6131। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਭਾਈ ਜਸਵਿੰਦਰ ਸਿੰਘ ਜੀ ਸਾਡੇ ਨਾਲ ਇਤਿਹਾਸਕ ਪੱਖ ਤੋਂ ਸਾਂਝ ਪਾ ਰਹੇ ਨੇ ਕਿ 1984 ਦਾ ਜੋ ਇਹ ਕਤਲੇਆਮ ਹੋਇਆ ਉਸ ਪਿੱਛੇ ਕੀ ਕਾਰਨ ਸੀ ਤੇ ਖਾਸ ਤੌਰ ਤੇ ਇਸ ਵਿੱਚੋਂ ਅਸੀਂ ਕੀ ਸਿੱਖਣਾ ਹੈ। ਔਰ ਮੁੜ ਤੋਂ ਸਵਾਗਤ ਕਰਦੇ ਹਾਂ ਤੇ ਜਾਣਕਾਰੀ ਹੋਰ ਲੈਣੇ ਜੀ ਭਾਈ ਸਾਹਿਬ ਜੀ। ਇਹ ਜਿਹੜਾ ਆਪਾਂ ਇੱਕ ਗੱਲ ਕੀਤੀ ਸੀ ਮੋਹਨਦਾਸ ਕਰਮਚੰਦ ਗਾਂਧੀ ਦੀ, ਉਹਦੇ ਨਾਲ ਹੀ ਨਾਲ ਨਹਿਰੂ ਨੇ ਵੀ ਇਹ ਗੱਲ ਉਸ ਵੇਲੇ ਵਿਸ਼ਵਾਸ ਦਿਵਾਇਆ ਸੀ ਜਦੋਂ ਸਿੱਖਾਂ ਨੇ ਉਹਦੇ ਅੱਗੇ ਇਹ ਮੰਗ ਰੱਖੀ ਸੀ ਵੀ ਸਾਨੂੰ ਵੱਖਰੀ ਸਟੇਟ ਦਿਓ, ਤੇ ਨਹਿਰੂ ਨੇ ਆਖਿਆ ਸੀ ਤੁਸੀਂ ਇੱਥੇ ਰਹੋ ਤੇ ਤੁਹਾਨੂੰ ਬਣਦਾ ਜੋ ਅਧਿਕਾਰ ਹੈ ਉਹ ਦਿੱਤਾ ਜਾਊਗਾ। 1946 ਦੇ ਵਿੱਚ ਉਹਨੇ ਇੱਕ ਗੱਲ ਆਖੀ ਸੀਗੀ, ਕਲਕੱਤੇ ਉਹਦੀ ਮੀਟਿੰਗ ਸੀ, ਕਲਕੱਤੇ ਦੀ ਮੀਟਿੰਗ ਦੇ ਵਿੱਚ 1946 ਸ਼ਾਇਦ ਦਸੰਬਰ ਦੇ ਵਿੱਚ ਉਹਨੇ ਆਖਿਆ ਸੀ, ਕਹਿੰਦਾ ਮੈਂ ਇਸ ਗੱਲ ਦੇ ਵਿੱਚ ਕੋਈ ਵੀ ਗਲਤੀ ਨਹੀਂ ਸਮਝਦਾ ਕਿ ਸਿੱਖਾਂ ਨੂੰ ਉੱਤਰੀ ਭਾਰਤ ਦੇ ਹਿੱਸੇ ਵਿੱਚ ਇੱਕ ਵੱਖਰੀ ਸਟੇਟ ਦਿੱਤੀ ਜਾਵੇ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਠੀਕ, ਸਿੱਖ ਉਹਦੇ ਜਿਹੜੇ ਸੀਗੇ ਦਿਖਾਵੇ ਉਹਨਾਂ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ 47 ਦੇ ਵਿੱਚ ਵੰਡ ਹੋਈ ਤੇ ਵੰਡ ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਉੱਪਰ ਦੋ ਚੀਜ਼ਾਂ ਥੋਪੀਆਂ ਗਈਆਂ, ਇੱਕ ਹਿੰਦੂ ਵਸੀਅਤ ਐਕਟ, ਇੱਕ ਹਿੰਦੂ ਮੈਰਿਜ ਐਕਟ। ਜਦੋਂ ਸਿੱਖਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਤਾਂ ਨਹਿਰੂ ਨੇ ਆਖਿਆ ਹੁਣ ਸਮੇਂ ਬਦਲ ਗਏ ਨੇ, ਤੁਸੀਂ ਪੂਰਨ ਰੂਪ ਦੇ ਵਿੱਚ ਸੁਰੱਖਿਆ ਤੋਂ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਇੱਥੇ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਰ ਉਹਨਾਂ ਦੀ ਜਿਹੜੀ ਆਵਾਜ਼ ਸੀ ਵੀ ਅਸੀਂ ਸਿੱਖ ਹਾਂ, ਅਸੀਂ ਹਿੰਦੂ ਨਹੀਂ ਹੈਗੇ, ਸਾਡੇ ਤੇ ਆਹ ਐਕਟ ਨਾ ਥੋਪੇ ਜਾਣ, ਉਹਦੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਠੀਕ ਹੈ ਜੀ। ਉਸ ਤੋਂ ਅਗਲੀ ਗੱਲ ਜਿਹੜੀ ਹੋਈ 1953 ਦੇ ਵਿੱਚ ਨਹਿਰੂ ਨੇ ਇੱਕ ਕਮਿਸ਼ਨ ਬਿਠਾਇਆ ਸੀਗਾ ਜਿਹਦੇ ਵਿੱਚ ਜਿਹਦਾ ਨਾਮ ਉਹਨੇ ਰੱਖਿਆ ਸੀ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ, ਜਿਹਦੇ ਤਹਿਤ ਉਹਨੇ ਭਾਸ਼ਾ ਦੇ ਆਧਾਰ ਤੇ ਵੰਡ ਕਰਨੀ ਸੀ। ਠੀਕ ਹੈ। ਇਹਦੇ ਤਹਿਤ ਉਹਨੇ ਦੋ ਸਟੇਟਾਂ ਬਣਾਈਆਂ ਸੀ, ਇੱਕ ਮਹਾਰਾਸ਼ਟਰ, ਇੱਕ ਗੁਜਰਾਤ। ਠੀਕ, ਮਰਾਠੀ ਦੇ ਆਧਾਰ ਤੇ ਮਹਾਰਾਸ਼ਟਰ, ਗੁਜਰਾਤੀ ਦੇ ਆਧਾਰ ਤੇ ਗੁਜਰਾਤ। ਇਹਦਾ ਕਮਿਸ਼ਨ ਨੇ ਰਿਪੋਰਟ ਤਿਆਰ ਕੀਤੀ, ਲੋਕ ਸਭਾ 'ਚ ਪੇਸ਼ ਕੀਤੀ ਗਈ। ਉਸ ਵੇਲੇ ਸਪੀਕਰ ਸੀ ਸਰਦਾਰ ਹੁਕਮ ਸਿੰਘ। ਠੀਕ, ਸਰਦਾਰ ਹੁਕਮ ਸਿੰਘ ਦੇ ਅੱਗੇ ਮਤਾ ਪੇਸ਼ ਕਰਕੇ ਇਹਨੇ ਆਖਿਆ ਸੀਗਾ ਬਈ ਇਹਨੂੰ ਤੁਸੀਂ ਅੱਗੇ ਅਗਵਾਈ ਦਿਓ। ਹੁਕਮ ਸਿੰਘ ਕਹਿਣ ਲੱਗੇ ਇਹਨੂੰ ਮੈਂ ਉਦੋਂ ਤੱਕ ਇਹਦੇ ਨਾਲ ਸਹਿਮਤੀ ਨਹੀਂ ਪ੍ਰਗਟ ਕਰਾਂਗਾ ਜਦ ਤੱਕ ਤੁਸੀਂ ਪੰਜਾਬੀ ਦੇ ਆਧਾਰ ਤੇ ਪੰਜਾਬ ਨਹੀਂ ਬਣਾਉਂਦੇ। ਠੀਕ, ਚਲੋ ਉੱਥੋਂ ਪੰਜਾਬੀ ਸੂਬਾ ਮੋਰਚਾ ਲੱਗਿਆ। 1 ਨਵੰਬਰ 1966 ਨੂੰ ਉਹ ਫਤਿਹ ਹੋਇਆ ਤੇ ਤੁਸੀਂ ਸਾਰੇ ਆਪਾਂ ਜਾਣਦੇ ਹਾਂ ਪੰਜਾਬ ਕੀ ਸਾਨੂੰ ਦਿੱਤਾ ਗਿਆ, ਬਿਲਕੁਲ ਛੋਟਾ। ਸਾਨੂੰ ਜੋ ਚਾਹੀਦਾ ਸੀ ਉਹ ਕੁਝ ਵੀ ਨਹੀਂ ਮਿਲਿਆ, ਜੋ ਮਿਲਿਆ ਉਹ ਉਹਦੇ ਨਾਲ ਸਿੱਖ ਪੂਰਨ ਰੂਪ ਦੇ ਵਿੱਚ ਸੰਤੁਸ਼ਟ ਨਹੀਂ ਸੀ ਹੋਏ ਤੇ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਦੇ ਵਿੱਚੋਂ ਬਾਹਰ ਕੱਢੇ ਗਏ ਸੀ। ਚਲੋ 1965 ਦੇ ਵਿੱਚ ਪਾਕਿਸਤਾਨ ਨਾਲ ਜੰਗ ਲੱਗੀ। ਠੀਕ, ਉਹਨਾਂ ਦੀ ਜਿਹੜੀ ਸੈਨਾ ਸੀ ਹਮਲਾ ਕਰਦੀ ਇੰਡੀਆ 'ਚ ਐਂਟਰ ਹੋ ਗਈ ਸੀ। ਇੰਡੀਆ ਦੀ ਸਰਕਾਰ ਨੇ ਜਿਹੜਾ ਉਸ ਵੇਲੇ ਮੁਖੀ ਸੀਗਾ ਸੈਨਾ ਦਾ ਸਰਦਾਰ ਹਰਬਖਸ਼ ਸਿੰਘ ਜੀ, ਉਹਨੂੰ ਆਖਿਆ ਸੀ ਵੀ ਤੁਸੀਂ ਪਿੱਛੇ ਆ ਜਾਓ, ਜਿੱਥੇ ਤੱਕ ਆਉਂਦੇ ਆਉਣ ਦਿਓ। ਹਰਬਖਸ਼ ਸਿੰਘ ਨੇ ਆਖਿਆ ਸੀ ਪਿੱਛੇ ਨਹੀਂ ਆਵਾਂਗੇ। ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਾਕਿਸਤਾਨੀ ਸੈਨਾ ਤੇ ਹਮਲਾ ਕੀਤਾ, ਲਾਹੌਰ ਤੱਕ ਉਹਨਾਂ ਨੂੰ ਪਿੱਛੇ ਧੱਕਿਆ। ਸਰਦਾਰ ਹਰਬਖਸ਼ ਸਿੰਘ ਦੀ ਇਹ ਜਿਹੜੀ ਗੱਲ ਸੀ ਇਹਦੇ ਉੱਪਰ ਜੇ ਉਸ ਵੇਲੇ ਦੀ ਸਰਕਾਰ ਖੁਸ਼ ਨਹੀਂ ਸੀ ਹੋਈ, ਉਹਦਾ ਕਾਰਨ ਕੀ ਸੀ? ਉਹ ਇਹ ਸਮਝ ਗਏ ਸੀ ਬਈ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਨਾਲੋਂ ਨਹੀਂ ਤੋੜਿਆ ਜਾ ਸਕਦਾ, ਕਿਉਂਕਿ ਹਰਬਖਸ਼ ਸਿੰਘ ਦੀ ਦਲੇਰੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਬਈ ਅਸੀਂ ਭਾਰਤ ਦੀ ਜਿਹੜੀ ਏਕਤਾ ਤੇ ਅਖੰਡਤਾ ਇਹਦੇ ਵਿਰੋਧ ਵਿੱਚ ਨਹੀਂ ਆ, ਪਰ ਅਸੀਂ ਕਿਸੇ ਵੀ ਰੂਪ ਦੇ ਵਿੱਚ ਆਪਣੇ ਧਰਮ ਦੇ ਨਾਲ ਸਮਝੌਤਾ ਨਹੀਂ ਕਰਾਂਗੇ। ਜਿੱਥੇ ਵੀ ਹਰਿਮੰਦਰ ਸਾਹਿਬ ਤੇ ਆ ਬਣੇਗੀ, ਅਕਾਲ ਤਖਤ ਤੇ ਆ ਬਣੇਗੀ, ਅਸੀਂ ਅੱਗੇ ਆਵਾਂਗੇ। ਠੀਕ, ਉਸ ਤੋਂ ਬਾਅਦ ਵਿੱਚ ਪਾਣੀਆਂ ਦੀ ਵੰਡ ਹੋਈ 1976 ਦੇ ਵਿੱਚ ਇੰਦਰਾ ਗਾਂਧੀ ਨੇ ਜੋ ਕੀਤੀ ਸੀ। ਭਾਰਤ ਦਾ ਜਿਹੜਾ ਐਕਟ ਹੈਗਾ 1966 ਦਾ, ਜਿਹਦੇ ਤਹਿਤ ਧਾਰਾ 78 ਤੋਂ 80 ਦੇ ਵਿੱਚ ਇਹ ਲਿਖਿਆ ਗਿਆ ਹੈ ਵੀ ਪਾਣੀਆਂ ਦਾ ਜਿਹੜਾ ਅਧਿਕਾਰ ਹੈ ਸਟੇਟ ਗਵਰਨਮੈਂਟ ਦੇ ਕੋਲ ਆ। ਪਰ ਇਹਦੇ ਵਿਰੋਧ ਵਿੱਚ ਜਾ ਕੇ ਇੰਦਰਾ ਗਾਂਧੀ ਨੇ ਪਾਣੀਆਂ ਦੀ ਪੰਜਾਬ ਦੇ ਦੀ ਵੰਡ ਕਰ ਦਿੱਤੀ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇ ਦਿੱਤਾ। ਇਹਦਾ ਵਿਰੋਧ ਸਿੱਖਾਂ ਨੇ ਕੀਤਾ। ਕਾਰਨ ਕੀ ਸੀ? ਕਿਉਂਕਿ ਪੰਜਾਬ ਦੀ ਜਿਹੜੀ ਬਹੁਤ ਵੱਡੀ ਆਬਾਦੀ ਹੈ ਪਾਣੀ ਤੇ ਖੇਤੀ ਤੇ ਨਿਰਭਰ ਕਰਦੀ ਹੈ। ਠੀਕ ਹੈ ਜੀ, ਇਹ ਵੰਡਿਆ ਗਿਆ, ਇੱਥੋਂ ਵਿਰੋਧ ਸ਼ੁਰੂ ਹੋਇਆ। ਉਸ ਵੇਲੇ ਇਹਨਾਂ ਸਾਰੇ ਮਸਲਿਆਂ ਦੀ ਜਿਹੜੀ ਪ੍ਰਤੀਨਿਧਤਾ ਸੀਗੀ, ਅਗਵਾਈ ਸੀ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਪਰ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਦਾ, ਉਹ ਅੱਜ ਵਾਲਾ ਨਹੀਂ ਸੀ, ਉਹ ਉਸ ਵੇਲੇ ਦਾ ਸੀ। ਉਸ ਅਕਾਲੀ ਦਲ ਨੇ ਪ੍ਰਤੀਨਿਧਤਾ ਕੀਤੀ, ਅਗਵਾਈ ਕੀਤੀ ਸਿੱਖਾਂ ਦੀ, ਮਸਲੇ ਲੋਕਾਂ ਦੇ ਸਾਹਮਣੇ ਲੈ ਕੇ ਆਂਦੇ। ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ। ਮਤਾ ਪਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਜੋ ਸੀ
ਉਹਨਾਂ ਨੇ ਕੰਪੇਨ ਸ਼ੁਰੂ ਕੀਤੀ ਸੀ ਜਿਹਦਾ ਨਾਮ ਰੱਖਿਆ ਸੀ ਕੰਪੇਨ ਟੂ ਸੇਵ ਡੈਮੋਕ੍ਰੇਸੀ। ਠੀਕ ਹੈ, ਉਹਦੇ ਰਾਹੀਂ ਜਿਹੜੇ ਉਹਦੇ ਪਤਵੰਤੇ ਸੱਜਣ ਸੀ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਇਹ ਜਾਗਰੂਕਤੀ ਲੈ ਕੇ ਆਉਣੀ ਸੀ ਵੀ ਸਰਕਾਰ ਸਾਡੇ ਨਾਲ ਕਿਦਾਂ ਧੱਕਾ ਕਰ ਰਹੀ ਆ। ਠੀਕ, ਉਹ ਜਿਹੜੀ ਕੰਪੇਨ ਚੱਲੀ ਸਰਕਾਰ ਨੇ ਬੰਦ ਕਰ ਦਿੱਤੀ। ਠੀਕ, ਉਹ ਬੰਦ ਕਰਨ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਿਆ। ਠੀਕ ਹੈ ਜੀ, ਧਰਮ ਯੁੱਧ ਮੋਰਚੇ ਦੇ ਵਿੱਚ ਫਿਰ ਗੁਰਚਰਨ ਸਿੰਘ ਟੌਹੜਾ, ਭਾਵੇਂ ਹਰਚੰਦ ਸਿੰਘ ਲੌਂਗੋਵਾਲ, ਭਾਵੇਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਣ, ਇਹ ਸਾਰੇ ਦੇ ਸਾਰੇ ਪ੍ਰਵੇਸ਼ ਹੋਏ। ਪਰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਸ਼ਮੂਲੀਅਤ ਸੀ ਉਹ ਕਾਫੀ ਬਾਅਦ ਵਿੱਚ ਹੋਈ ਸੀ। ਠੀਕ ਹੈ, ਫਿਰ 1978 ਦੀ ਜਿਹੜੀ ਵਿਸਾਖੀ ਸੀ ਜੀ, ਉਹ ਨਕਲੀ ਨਿਰੰਕਾਰੀ ਜਿਨ੍ਹਾਂ ਨੇ ਹਮਲਾ ਕੀਤਾ, 13 ਸਿੰਘ ਸ਼ਹੀਦ ਕਰ ਦਿੱਤੇ। ਤੇ ਮੈਂ ਸਟੱਡੀ ਕਰ ਰਿਹਾ ਸੀ, ਉਸ ਇਕੱਠ ਦੇ ਵਿੱਚ ਗੁਰਦਾਸਪੁਰ ਦਾ ਡੀਸੀ ਸਰਦਾਰ ਨਿਰੰਜਨ ਸਿੰਘ ਆਪ ਸ਼ਾਮਲ ਸੀ। ਹੁਣ ਤੁਸੀਂ ਵੇਖੋ ਵੀ ਸਰਕਾਰੀ ਤੌਰ ਤੇ ਉਹਨਾਂ ਨੂੰ ਪੂਰੀ ਸ਼ਹਿ ਦਿੱਤੀ ਗਈ ਸੀ ਵੀ ਜਿੱਦਾਂ ਮਰਜ਼ੀ ਤੁਸੀਂ ਮਾਰ ਦਿਓ, ਖਤਮ ਕਰ ਦਿਓ। ਠੀਕ ਹੈ, ਜੇ ਡੀਸੀ ਆਪ ਉਸ ਇਕੱਠ ਵਿੱਚ ਸ਼ਾਮਲ ਹੈ, ਹੋਰ ਕਿੰਨੇ ਅਧਿਕਾਰੀ ਸ਼ਾਮਲ ਹੋਣਗੇ? ਠੀਕ ਹੈ, ਇਸ ਗੱਲ ਤੋਂ ਸਿੱਖਾਂ ਦੇ ਮਨ ਵਿੱਚ ਰੋਸ ਪੈਦਾ ਹੋਇਆ। ਚਲੋ ਸਮਾਂ ਲੰਘਿਆ, ਰੋਸ ਵੱਧਦਾ ਗਿਆ। ਨਵੰਬਰ 1978 ਦੇ ਵਿੱਚ ਕਾਨਪੁਰ ਕਾਂਡ ਵਾਪਰਿਆ, ਉੱਥੇ ਸਿੱਖ ਸ਼ਹੀਦ ਹੋਏ, ਜ਼ਖਮੀ ਹੋਏ। ਉਸ ਤੋਂ ਬਾਅਦ ਵਿੱਚ ਜਿਹੜੀ ਸਰਕਾਰ ਸੀ ਇਹਨਾਂ ਨੇ ਵੇਖਿਆ ਵੀ ਸਿੱਖਾਂ ਦਾ ਜਿਹੜਾ ਆਨੰਦਪੁਰ ਸਾਹਿਬ ਦਾ ਮਤ ਹੈ ਉਹਦੇ ਵਿੱਚ ਕੀ ਕੁਝ ਵੀ ਗਲਤ ਨਹੀਂ ਸੀ। ਚੰਡੀਗੜ੍ਹ ਮੰਗਿਆ ਗਿਆ ਸੀਗਾ, ਪੰਜਾਬੀ ਬੋਲਦੇ ਇਲਾਕੇ ਮੰਗੇ ਗਏ ਸੀਗੇ, ਤੇ ਭਾਰਤੀ ਸੈਨਾ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕੋਟਾ ਸੀ ਉਹ ਵਧਾਉਣ ਦੀ ਗੱਲ ਕੀਤੀ ਗਈ ਸੀ। ਇਹੋ ਜਿਹੀਆਂ ਗੱਲਾਂ ਸੀ, ਕੋਈ ਮਾੜੀ ਗੱਲ ਤਾਂ ਇਹ ਨਹੀਂ ਸੀ। ਇਹਨੂੰ ਮੰਨਣ ਦੀ ਥਾਂ ਤੇ ਇਹਨੂੰ ਠੁਕਰਾ ਦਿੱਤਾ। ਮੋਰਚਾ ਲੱਗਿਆ, ਮੋਰਚੇ ਦੇ ਵਿੱਚ ਫਿਰ ਉਹਨਾਂ ਨੇ ਜੋ ਸੀਗਾ ਹਮਲਾ ਕੀਤਾ। ਠੀਕ ਹੈ ਜੀ, ਤੇ ਹਮਲਾ ਜੋ ਨਵੰਬਰ ਜੂਨ ਦੇ ਵਿੱਚ ਹੋਇਆ ਸੀਗਾ ਜੀ, ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ। ਹੁਣ ਤੁਸੀਂ ਇਹ ਵੇਖੋ, ਚਲੋ ਉਹ ਜੋ ਕੁਝ ਹੋਇਆ ਵਾਪਰਿਆ, ਉਸ ਤੋਂ ਲੈ ਕੇ ਅੱਜ ਤੱਕ ਸਾਡੇ ਜਿਹੜੇ ਸਿੱਖ ਨੇ ਉੱਪਰ ਨੂੰ ਉੱਠਣ ਦੀ ਥਾਂ ਤੇ ਹੇਠਾਂ ਨੂੰ ਉਸ ਪੰਜਾਬ ਦੇ ਇਲਾਕੇ ਵਿੱਚ ਇੰਡੀਆ ਦੇ ਵਿੱਚ ਆ ਰਹੇ ਨੇ। ਉਹ ਉੱਪਰ ਨਹੀਂ ਉੱਠੇ, ਬਹੁਤ ਜ਼ਿਆਦਾ ਡਾਊਨਫਾਲ ਵਿੱਚ ਆਏ। ਡਾਊਨਫਾਲ ਵਿੱਚ ਆਉਣ ਦਾ ਕਾਰਨ ਕੀ ਸੀ? ਸਭ ਤੋਂ ਪਹਿਲੀ ਗੱਲ ਤੇ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਵੀ ਜੋ ਹਮਲਾ ਹੋਇਆ ਅਕਾਲ ਤਖਤ ਸਾਹਿਬ ਦੇ ਉੱਪਰ, ਸਿੱਖਾਂ ਦੇ ਉੱਪਰ, ਉਹਦਾ ਕਾਰਨ ਕੀ ਸੀ। ਸਿਰਫ ਇਹ ਦੱਸਿਆ ਗਿਆ ਵੀ ਬਾਬਾ ਭਿੰਡਰਾਂ ਵਾਲਾ ਅੱਤਵਾਦੀ ਸੀ, ਇਹ ਸੀ, ਉਹ ਸੀ। ਗਲਤ ਚੀਜ਼ਾਂ ਪ੍ਰਚਾਰੀਆਂ ਗਈਆਂ। ਗਲਤ ਚੀਜ਼ਾਂ ਪ੍ਰਚਾਰ ਕੇ ਸਿੱਖਾਂ ਨੂੰ ਜਿਹੜੀ ਹਕੀਕਤ ਸੀ ਉਹਦੇ ਨਾਲ ਤੋੜ ਦਿੱਤਾ। ਅੱਜ ਜੇ ਅਸੀਂ ਉੱਥੇ 1984 ਦੀ ਗੱਲ ਕਰਦੇ ਤਾਂ ਸਾਨੂੰ ਅੱਤਵਾਦੀ ਸਮਝਿਆ ਜਾਂਦਾ। ਕਿਉਂ ਸਮਝਿਆ? ਜੇ ਅਸੀਂ ਅਬਦਾਲੀ ਦੀ ਗੱਲ ਕਰਦੇ ਤਾਂ ਸਾਨੂੰ ਸਿੱਖ ਸਮਝਿਆ ਜਾਂਦਾ। ਹਾਲਾਂਕਿ ਅਬਦਾਲੀ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਠੀਕ ਹੈ ਨਾ, ਤੇ ਇਹਨਾਂ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਿਸ ਸਮੇਂ ਦੀ ਕਾਂਗਰਸ ਸਰਕਾਰ ਸੀ, ਔਰ ਸਾਡੇ ਕੁਝ ਜਿਹੜੇ ਲੋਕ ਸੀ ਉਹ ਵਿੱਚ ਸ਼ਾਮਿਲ ਸੀਗੇ। ਠੀਕ ਹੈ ਜੀ, ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਵਾਪਰਿਆ, ਹੋਇਆ ਹਮਲਾ, ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਔਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਦੱਸਿਆ ਹੈ ਉਸ ਤੋਂ ਬਾਅਦ ਵਿੱਚ ਲਗਭਗ 25,000 ਦੇ ਨਾਮ ਉਹਨਾਂ ਨੇ ਸਾਡੇ ਸਾਹਮਣੇ ਲੈ ਕੇ ਆਂਦੇ ਨੇ, ਜੋ ਲਾਪਤਾ ਨੇ, ਭਾਵੇਂ ਸ਼ਹੀਦ ਨੇ, ਭਾਵੇਂ ਜਿਉਂਦੇ ਨੇ, ਪਰ ਅਜੇ ਤੱਕ ਘਰੇ ਨਹੀਂ ਉਹ ਆਪਣੇ। ਠੀਕ ਹੈ ਜੀ, ਤੇ ਇਹ ਸਭ ਕੁਝ ਵਾਪਰਿਆ। ਇਸ ਤੋਂ ਅਸੀਂ ਉੱਭਰੇ ਕਿੰਨਾ ਕੁ? ਇਹਦੇ ਵਿੱਚੋਂ ਇਹ ਜੋ ਚੋਟ ਸਾਨੂੰ ਲੱਗੀ, ਇਹਦੇ ਵਿੱਚੋਂ ਅਸੀਂ ਨਿਕਲ ਕੇ ਉੱਤੇ ਕਿੰਨਾ ਕੁ ਉੱਠੇ? ਅਸੀਂ ਨਹੀਂ ਉੱਠੇ। ਹੁਣ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਉੱਥੇ ਟੀਚਰ ਦੀ ਭਰਤੀ ਨਹੀਂ ਹੁੰਦੀ, ਉੱਥੇ ਪੁਲਿਸ ਦੀ ਭਰਤੀ ਹੁੰਦੀ ਹੈ ਜੀ। ਸਾਡਾ ਭਵਿੱਖ ਪੁਲਿਸ ਨੇ ਬਣਾਉਣਾ ਜਾਂ ਟੀਚਰ ਨੇ ਬਣਾਉਣਾ? ਜੇ ਵੇਖਿਆ ਜਾਵੇ ਸਾਡਾ ਜਿਹੜਾ ਭਵਿੱਖ ਉਹ ਤੇ ਟੀਚਰ ਨੇ ਕਰਨਾ। ਸਕੂਲਾਂ ਦੇ ਜਿਹੜੇ ਸਕੂਲ ਨੇ ਪਿੰਡਾਂ ਦੇ ਉਹ ਖਾਲੀ ਪਏ ਨੇ, ਟੀਚਰ ਹੈ ਨਹੀਂ। ਬੱਚੇ ਉੱਥੇ ਪੜ੍ਹਨ ਜਾਂਦੇ ਆ ਪਰ ਉਹਨਾਂ ਦਾ ਕਿਸੇ ਸਬਜੈਕਟ ਦਾ ਕੋਈ ਟੀਚਰ ਨਹੀਂ, ਕਿਸੇ ਸਬਜੈਕਟ ਦਾ ਕੋਈ ਟੀਚਰ ਨਹੀਂ। ਬੱਚੇ ਵਿਚਾਰੇ ਬੈਠ ਕੇ ਮੁੜਾਉਂਦੇ ਨੇ। ਹੁਣ ਸਾਨੂੰ ਇੱਕ ਸਾਜ਼ਿਸ਼ ਦੇ ਤਹਿਤ ਬਹੁਤ ਜ਼ਿਆਦਾ ਹੇਠਾਂ ਲਿਆਂਦਾ ਜਾ ਰਿਹਾ ਹੈ, ਤੇ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਸਾਨੂੰ ਕੇਵਲ ਤੇ ਕੇਵਲ ਦੂਸਰਿਆਂ ਦੇ ਹੱਥਾਂ ਵੱਲ ਨਹੀਂ ਝਾਕਣਾ ਚਾਹੀਦਾ। ਠੀਕ ਹੈ ਜੀ, ਤੇ ਇਹ ਨਹੀਂ ਵੇਖਣਾ ਚਾਹੀਦਾ ਸਰਕਾਰ ਮੁਆਵਜ਼ਾ ਦੇਵੇਗੀ ਜਾਂ ਇਹ ਕਰੇਗੀ ਉਹ ਕਰੇਗੀ। ਅਸੀਂ ਉਸ ਦੁਖਾਂਤ ਦੇ ਵਿੱਚੋਂ ਨਿਕਲ ਕੇ, ਹੁਣ ਤੁਸੀਂ ਵੇਖੋ ਜਦੋਂ ਅਬਦਾਲੀ ਨੇ 1765 ਦੇ ਵਿੱਚ ਵੱਡਾ ਘੱਲੂਘਾਰਾ ਵਰਤਾਇਆ, ਉਸ ਵੇਲੇ 30-35,000 ਸਿੱਖ ਸ਼ਹੀਦ ਕਰ ਦਿੱਤੇ। ਸ਼ਾਮ ਦਾ ਜਦੋਂ ਵੇਲਾ ਸੀ, ਸਰਦਾਰ ਚੜ੍ਹਤ ਸਿੰਘ ਨੇ ਇੱਕ ਗੱਲ ਆਖੀ ਸੀ, ਕਹਿੰਦਾ ਸਿੱਖੋ ਢਿੱਲੇ ਨਾ ਪਵੋ, ਕੱਚੇ ਕੱਚੇ ਝੜ ਕੇ ਪੱਕੇ ਪੱਕੇ ਰਹਿ ਗਏ। ਉਹਨਾਂ ਦੇ ਜਿਹੜੇ ਗੱਲ ਸੀ ਉਹ ਚੜ੍ਹਦੀ ਕਲਾ 'ਚ ਲੈ ਕੇ ਜਾਣ ਵਾਲੇ ਸੀ। ਉਸ ਤੋਂ ਬਾਅਦ ਵਿੱਚ ਸਾਡੇ ਜਿਹੜੇ ਪੰਥ 1984 ਤੋਂ ਬਾਅਦ ਵਿੱਚ ਸਾਡੇ ਪੰਥ ਨੂੰ ਇੱਕ ਠੋਸ ਅਗਵਾਈ ਨਹੀਂ ਮਿਲੀ। ਠੀਕ ਹੈ ਜੀ, ਅਗਵਾਈ ਨਾ ਮਿਲਣ ਕਰਕੇ ਸਾਡਾ ਜਿਹੜਾ ਪੰਥ ਸੀ ਉਹ ਲਗਾਤਾਰ ਗਿਰਾਵਟ ਵੱਲ ਜਾ ਰਿਹਾ। ਤੇ ਇੱਕ ਤੁਸੀਂ ਹੋਰ ਗੱਲ ਦੇਖੋਗੇ, 1984 ਜਦੋਂ ਵਾਪਰੀ ਉਸ ਤੋਂ ਪਹਿਲਾਂ ਸਾਡੇ ਪੰਥ ਵਿੱਚ ਕਿੰਨੇ ਕੁ ਬਾਬੇ ਸੀ, ਉਸ ਤੋਂ ਬਾਅਦ ਵਿੱਚ ਸਾਡੇ ਪੰਥ ਵਿੱਚ ਕਿੰਨੇ ਆ ਗਏ। ਠੀਕ ਹੈ, ਇਹ ਜਿਹੜੇ ਸਾਰੇ ਸੀ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਵਿੱਚ ਵਾੜੇ ਗਏ, ਜਿਨ੍ਹਾਂ ਨੇ ਆਪੋ ਆਪਣੀ ਗੱਲ ਕੀਤੀ, ਜਿਨ੍ਹਾਂ ਨੇ ਸਾਨੂੰ ਸਿੱਖੀ ਦੇ ਮੌਲਿਕ ਸਿਧਾਂਤ ਜਿਨ੍ਹਾਂ ਦੀ ਆਪਾਂ ਪਹਿਲਾਂ ਪਿਛਲੇ ਹਫ਼ਤਿਆਂ ਵਿੱਚ ਗੱਲ ਕਰਕੇ ਹਟਿਆ ਉਹਨਾਂ ਨਾਲੋਂ ਤੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਸਾਨੂੰ ਤੋੜਿਆ। ਵਿਚਾਰਧਾਰਾ ਨਾਲੋਂ ਤੋੜ ਕੇ ਸਾਨੂੰ ਲਗਾਤਾਰ ਇੱਕ ਗਿਰਾਵਟ ਦੇ ਵੱਲ, ਇੱਕ ਸਾਜ਼ਿਸ਼ ਦੇ ਅਧੀਨ ਲਿਜਾਇਆ ਜਾ ਰਿਹਾ ਹੈ। ਠੀਕ ਹੈ ਜੀ, ਤੇ ਇਹਦੇ ਵਿੱਚੋਂ ਸਾਨੂੰ ਨਿਕਲਣ ਦੇ ਲਈ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਨਾਲ ਜੁੜਨਾ ਸਾਡੇ ਸਿੱਖਾਂ ਦਾ ਬਹੁਤ ਜ਼ਰੂਰੀ ਹੈ। ਹੁਣ ਅੱਜ ਕੱਲ੍ਹ ਤੁਸੀਂ ਵੇਖੋ, ਕਹਿਣ ਨੂੰ ਤਾਂ ਹਰੇਕ ਕਹਿੰਦਾ ਵੀ ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ, ਜਿੰਨੇ ਵੀ ਬਾਬੇ ਪ੍ਰਚਾਰ ਕਰਦੇ ਮੈਂ ਉਹਨਾਂ ਸਾਰਿਆਂ ਨੂੰ ਪੁੱਛਦਾ ਹੁੰਦਾ, ਸਾਰੇ ਕਹਿੰਦੇ ਨੇ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਾਂ। ਤੇ ਉਹਨਾਂ ਨੂੰ ਜਦੋਂ ਪੁੱਛਦੇ ਆ ਫਿਰ ਤੁਸੀਂ ਉੱਥੋਂ ਦੀ ਰਹਿਤ ਮਰਿਆਦਾ ਨੂੰ ਕਿਉਂ ਨਹੀਂ ਮੰਨਦੇ? ਬਿਲਕੁਲ, ਲੇਕਿਨ ਉਹ ਆਪਣੀ ਹੀ ਰਹਿਤ ਮਰਿਆਦਾ ਚਲਾਈ ਜਾਂਦੇ ਆ। ਗੁਰਦੁਆਰੇ ਦੇ ਵਿੱਚ ਨਿਤਨੇਮ ਨਹੀਂ ਪ੍ਰੋਪਰ ਹੁੰਦਾ, ਜਪਜੀ ਸਾਹਿਬ ਕਰਕੇ ਸੁਖਮਨੀ ਸ਼ੁਰੂ ਕਰ ਲੈਂਦੇ, ਕਦੇ ਕੁਝ ਕਰ ਲੈਂਦੇ, ਕਦੇ ਕੁਝ ਕਰ ਲੈਂਦੇ ਆ। ਬਾਣੀ ਸਾਰੀ ਚੰਗੀ ਹੈ, ਪਰ ਜੋ ਸਾਡਾ ਇੱਕ ਪ੍ਰੋਪਰ ਨਿਤਨੇਮ ਹੈ ਉਹ ਸਾਨੂੰ ਅਪਣਾਉਣਾ ਚਾਹੀਦਾ ਹੈਗਾ। ਠੀਕ ਹੈ ਜੀ, ਤੇ ਇਹ ਸਾਰੀਆਂ ਇਹਨਾਂ ਸਾਰਿਆਂ ਦਾ ਕਾਰਨ ਇੱਕੋ ਇੱਕ ਇਹ ਦਿਸਦਾ ਪਿਆ ਵੀ ਅਜੇ ਵੀ ਸਾਨੂੰ
ਸਾਨੂੰ ਸਬਕ ਲੈ ਕੇ ਜੋ ਕੁਝ ਵਾਪਰਿਆ ਕੱਲ ਨੂੰ ਦੁਬਾਰਾ ਇਹ ਕੁਝ ਨਾ ਹੋ ਜਾਵੇ, ਕਿਧਰੇ ਦੁਬਾਰਾ ਉਦਾਂ ਦੇ ਹਾਲਾਤ ਤਾਂ ਨਹੀਂ ਬਣ ਰਹੇ, ਉਸੇ ਤਰ੍ਹਾਂ ਸਾਨੂੰ ਦੁਬਾਰਾ ਤਾਂ ਨਹੀਂ ਮੋਟੀਵੇਟ ਕੀਤਾ ਜਾ ਰਿਹਾ। ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਗਹਿਰਾਈ ਨਾਲ ਵਾਚ ਕੇ ਇਤਿਹਾਸ ਤੋਂ ਸਿੱਖਿਆ ਲੈ ਕੇ ਅਗਲੇ ਕਦਮ ਪੁੱਟਣ ਦੀ ਲੋੜ ਹੈ। ਜੇ ਅਸੀਂ ਸਿੱਖਿਆ ਲੈ ਕੇ ਅਗਲਾ ਕਦਮ ਪੁੱਟਾਂਗੇ ਉਹ ਸਾਡਾ ਸਾਰਥਕ ਕਦਮ ਹੋਊਗਾ। बिल्कुल जी, लेकिन अफसोस कि वही सार्थकता इस समय नज़र नहीं आ रही, क्योंकि आपसी गुटबाजी ते आपसी जिहड़ी तनाव ने वो वधदे जा रहे हैं, कन्फ्यूजन वध रही है। आस यही करने कि अकाल तख्त दी लीडरशिप दे हेठ कोई ना कोई ऐसा अगे फैसला लिया जाए जिस नाल कि पंथ इकट्ठी हो सके, क्योंकि पहला भी विवाद हुंदे सी, लेकिन जो कौमी मसले आंदे सी सारे गुट इकट्ठे हो जांदे सी, लेकिन अज कुछ होर पासे ही असीं तुर पए हां। आस करने कि ये जिहड़ा तुसीं चानन पाया इस तो असीं सिख जिहड़े ने कोई ना कोई जरूर अपने लैवल के उत्ते ये यतन करके कि अपने मफाद छड़ के कौमी इंटरस्ट नूं अगे लिया के कुछ ना कुछ जरूर सोचणगे। तुहाडा बहुत बहुत धन्नवाद। वाहिगुरू जी का खालसा, वाहिगुरू जी की फतेह। तो इस दे नाल ही करदे हां जी अज दे इस प्रोग्राम की इत्थे ही समाप्ति। सब दा धन्नवाद प्रोग्राम विच शामिल होने लई। फीडबैक जरूर देना 604 603 75 55 या फिर ईमेल जरिए भी संपर्क कर सकते हो harpreetsingshow@gmail.com। ये 3 एपीसोड्स में जो असी गलबात की है इस विच मुख मंतव यही है कि एक चेंज लियाउण दी जिहड़ी सोच है वो साडे विच आवे, पर वो तद ही आएगी जेकर आप असी गुरबाणी नूं पढ़ना समझ करांगे शुरू, किसी होर दे उत्ते निर्भर नहीं करांगे अते वो गुरबाणी नूं पढ़ के उस ते तुरना भी शुरू करांगे। जदों ये जागृति आएगी तो यकीनन तौर पर जिहड़ी असी समझते हैं कि बाहरलियां ताकतां जिहड़ियां ने सानूं कमज़ोर कर रही ने ते करना चाहदियां ने उस दे उत्ते असी काबू पा सकांगे। पर जेकर असी दूसरिਆਂ ते ही गल छड्ड दित्ती तो फिर जो साडा हाल है अज साडे सामने ही है। आओ यतन करिए कि अपने आप तो शुरुआत करके गलबात कुछ ना कुछ किसी मुकाम पर पहुँच सकीए। प्रोग्राम तो इत्थे ही समाप्त है जी, फिर मुलाकात करांगे, तब तक।